ਸਾਡੇ ਮੁਲਕ ਭਾਰਤ ਵਿੱਚ ਪਿਛਲੇ ਕਈ ਸਾਲਾਂ ਤੋਂ ਦੇਸੀ ਗਾਵਾਂ ਦਾ ਵਿਦੇਸ਼ੀ ਸਾਨਾ HF ਨਾਲ ਮਿਲਾਪ ਦੇ ਕਾਰਨ ਕਾਫੀ ਨਸਲ ਸੁਧਾਰ ਹੋਇਆ ਹੈ, ਜਿਸ ਨੇ ਚਿੱਟੇ ਇਨਕਲਾਬ ਵਿੱਚ ਬਹੁਤ ਯੋਗਦਾਨ ਪਾਇਆ ਹੈ ਅਤੇ ਭਾਰਤ ਦੁੱਧ ਦੀ ਪੈਦਾਵਾਰ ਵਿੱਚ ਸੰਸਾਰ ਭਰ ਵਿੱਚ ਮੋਢੀ ਬਣ ਗਿਆ ਹੈ। ਇਹਨਾਂ ਦੋਗਲੀਆਂ ਲਵੇਰੀਆਂ ਦਾ ਦੇਸ਼ ਦੀ ਆਰਥਿਕ ਉੱਨਤੀ ਵਿੱਚ ਕਾਫੀ ਯੋਗਦਾਨ ਹੈ। ਅੱਜ ਕਿਤੇ ਵੀ ਝਾਤੀ ਮਾਰੋ, ਹਰ ਪਾਸੇ ਕਾਲੀਆਂ ਚਿੱਟੀਆਂ ਡੱਬ ਖੜੱਬੀਆਂ ਗਾਵਾਂ ਹੀ ਨਜ਼ਰ ਆਉਂਦੀਆਂ ਹਨ। ਨਸਲਕਸ਼ੀ ਨਾਲ ਜਿੱਥੇ ਵੱਧ ਦੁੱਧ ਦਾ ਉਤਪਾਦਨ ਹੋਇਆ ਹੈ, ਉੱਥੇ ਦੋਗਲੀਆਂ ਗਾਵਾਂ ਵਿੱਚ ਫਿਰ ਜਾਣ ਦੀ ਸਮੱਸਿਆ ਦਾ ਵੀ ਵਾਧਾ ਹੋਇਆ ਹੈ। ਇਹ ਸਮੱਸਿਆ ਮੱਝਾਂ ਵਿੱਚ ਗਾਵਾਂ ਦੇ ਮੁਕਾਬਲੇ ਘੱਟ ਵੇਖੀ ਜਾਂਦੀ ਹੈ। ਫਿਰ ਜਾਣਾ, ਆਸ ਨਾ ਹੋਣਾ, ਦੱਬਾ ਮਾਰਨਾ ਜਾਂ ਰਿਪੀਟ ਬਰੀਡਰ। ਲਵੇਰੀ ਹਰ ਬਾਈਏ ਭਾਵ 18 ਤੋਂ 24 ਦਿਨਾਂ ਤੇ ਹੇਹੇ ਵਿੱਚ ਆਉਂਦੀ ਹੈ ਅਤੇ ਬਾਹਰੀ ਤੌਰ ਤੇ ਵੇਖਣ ਨੂੰ ਬਿਲਕੁਲ ਤੰਦਰੁਸਤ ਜਾਪਦੀ ਹੈ, ਪਰ ਫਿਰ ਵੀ 3 ਜਾਂ 3 ਤੋਂ ਵੱਧ ਵਾਰ ਆਸ ਕਰਵਾਉਣ ਤੋਂ ਬਾਅਦ ਵੀ ਗੱਭਣ ਨਹੀਂ ਹੁੰਦੀ। ਅਜਿਹੀ ਲਵੇਰੀ ਨੂੰ ਰਿਪੀਟ ਬਰੀਡਰ ਕਿਹਾ ਜਾਂਦਾ ਹੈ। ਫਿਰ ਜਾਣ ਦੇ ਪ੍ਰਭਾਵ ਕੀ ਪੈਂਦੇ ਹਨ? ਸੂਣ ਤੋਂ ਆਸ ਹੋਣ ਦੇ ਸਮੇਂ ਵਿੱਚ ਵਾਧਾ ਹੋ ਜਾਂਦਾ ਹੈ। 2 ਸੂਵਿਆਂ ਦੇ ਅੰਤਰਾਲ ਵਿੱਚ ਵਾਧਾ ਹੋ ਜਾਂਦਾ ਹੈ। ਘੱਟ ਬੱਚਿਆਂ ਦਾ ਜਨਮ ਹੁੰਦਾ ਹੈ। ਦੁੱਧ ਉਤਪਾਦਨ ਘਟ ਜਾਂਦਾ ਹੈ ਤੇ ਆਰਥਿਕ ਨੁਕਸਾਨ ਹੁੰਦਾ ਹੈ, ਜੋ ਇੱਕ ਵਾਰ ਫਿਰਨ ਨਾਲ 8 ਤੋਂ 9,000 ਰੁਪਏ ਦੇ ਕਰੀਬ ਹੁੰਦਾ ਹੈ। ਸਫਲ ਡੇਅਰੀ ਫਾਰਮਿੰਗ ਲਈ ਹਰ ਸਾਲ ਪਸ਼ੂ ਤੋਂ ਇੱਕ ਬੱਚਾ ਜ਼ਰੂਰੀ ਹੈ। ਪਸ਼ੂ ਦੇ ਦੁੱਧ ਦੀ ਪੈਦਾਵਾਰ ਉਸ ਦੇ ਗੱਭਣ ਹੋਣ ਦੀ ਸਮਰੱਥਾ 'ਤੇ ਨਿਰਭਰ ਕਰਦੀ ਹੈ। ਕੋਈ ਵੀ ਸਮੱਸਿਆ ਜਿਸ ਕਰਕੇ ਦੁੱਧ ਦੀ ਪੈਦਾਵਾਰ ਵਿੱਚ ਘਾਟਾ ਪੈ ਜਾਵੇ, ਉਹ ਪਸ਼ੂ ਪਾਲਕ ਲਈ ਚਿੰਤਾ ਦਾ ਵਿਸ਼ਾ ਹੈ। ਵਾਰ-ਵਾਰ ਫਿਰ ਜਾਣ ਕਰਕੇ ਲਵੇਰੀ ਦਾ ਦੁੱਧ ਸੁੱਕ ਜਾਂਦਾ ਹੈ। ਨਤੀਜੇ ਵਜੋਂ ਪਸ਼ੂ ਪਾਲਕ ਲਵੇਰੀ ਨੂੰ ਖੁੱਲ੍ਹਾ ਛੱਡ ਦਿੰਦੇ ਹਨ, ਜਿਸ ਕਾਰਨ ਅਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਹ ਅਵਾਰਾ ਪਸ਼ੂ ਕਈ ਬਿਮਾਰੀਆਂ ਫੈਲਾਉਂਦੇ ਹਨ, ਫਸਲਾਂ ਨੂੰ ਤਬਾਹ ਕਰਦੇ ਹਨ ਅਤੇ ਕਈ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਸਭ ਤੋਂ ਪਹਿਲਾਂ ਲਵੇਰੀ ਦੇ ਪ੍ਰਜਨਨ ਅੰਗਾਂ ਅਤੇ ਪ੍ਰਜਨਨ ਕਿਰਿਆ ਦੀ ਮੁੱਢਲੀ ਜਾਣਕਾਰੀ ਬਾਰੇ ਅਸੀਂ ਕਿਸਾਨ ਵੀਰਾਂ ਨਾਲ ਗੱਲ ਕਰਦੇ ਹਾਂ। ਲਵੇਰੀ ਦੇ ਮੁੱਖ ਪ੍ਰਜਨਨ ਅੰਗ ਹਨ ਆਂਡੇਦਾਨੀ, ਅੰਡ ਨਾਲੀ ਜਾਂ ਟਿਊਬ, ਬੱਚੇਦਾਨੀ, ਬੱਚੇਦਾਨੀ ਦਾ ਮੂੰਹ ਜਾਂ ਸਰਵਿਕਸ, ਯੋਨੀ, ਸੂ। ਹਰੇਕ ਲਵੇਰੀ ਅੰਦਰ 2 ਆਂਡੇਦਾਨੀਆਂ ਹੁੰਦੀਆਂ ਹਨ, ਜਿਹੜੀ ਕਿ ਪੇਟ ਵਿੱਚ ਓਵੇਰੀਅਨ ਬਰਸਾ ਨਾਮਕ ਝਿੱਲੀ ਦੁਆਰਾ ਲਮਕਦੀਆਂ ਹਨ। ਆਂਡੇਦਾਨੀ ਦੇ 2 ਮੁੱਖ ਕੰਮ ਹਨ। ਇੱਕ ਆਂਡਾ ਪੈਦਾ ਕਰਨਾ, ਦੂਜਾ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਨਾਮਕ ਹਾਰਮੋਨ ਜਾਂ ਰਸਾਇਣ ਪੈਦਾ ਕਰਨਾ। ਐਸਟ੍ਰੋਜਨ ਲਵੇਰੀ ਵਿੱਚ ਹੇਹੇ ਜਾਂ ਗਰਮੀ ਦੇ ਲੱਛਣ ਲਿਆਉਂਦਾ ਹੈ। ਪ੍ਰੋਜੈਸਟਰੋਨ ਗਰਭ ਅਵਸਥਾ ਨੂੰ ਕਾਇਮ ਰੱਖਣ ਅਤੇ ਸੰਭਾਲਣ ਵਿੱਚ ਮਦਦ ਕਰਦਾ ਹੈ। ਆਂਡਾ ਹੇਹਾ ਖਤਮ ਹੋਣ ਤੋਂ ਲਗਭਗ 10-12 ਘੰਟੇ ਬਾਅਦ ਆਂਡੇਦਾਨੀ ਤੋਂ ਫੁੱਟਦਾ ਹੈ। ਅੰਡ ਨਾਲੀ ਤਕਰੀਬਨ 8 ਤੋਂ 12 ਇੰਚ ਲੰਮੀ ਹੁੰਦੀ ਹੈ। ਇਸ ਦਾ ਅੰਦਰੂਨੀ ਵਿਆਸ ਸਿਰਫ 1.5 ਤੋਂ 3 ਮਿਲੀਮੀਟਰ ਹੀ ਹੁੰਦਾ ਹੈ। ਇਸ ਦਾ ਆਂਡੇਦਾਨੀ ਵਾਲਾ ਪਾਸਾ ਇੱਕ ਕੁੱਪੀ ਦੀ ਸ਼ਕਲ ਵਿੱਚ ਹੁੰਦਾ ਹੈ। ਜਦੋਂ ਆਂਡਾ ਆਂਡੇਦਾਨੀ ਵਿੱਚੋਂ ਡਿੱਗਦਾ ਹੈ ਤਾਂ ਇਹ ਕੁੱਪੀ ਵਾਲਾ ਹਿੱਸਾ ਉਸ ਨੂੰ ਫੜ ਲੈਂਦਾ ਹੈ ਅਤੇ ਢਿੱਡ ਦੇ ਹੋਰ ਪਾਸੇ ਵਿੱਚ ਨਹੀਂ ਜਾਣ ਦਿੰਦਾ। ਲਵੇਰੀ ਦੇ ਆਸ ਹੋਣ ਤੋਂ ਬਾਅਦ ਸ਼ੁਕਰਾਣੂ ਅਤੇ ਆਂਡੇ ਦਾ ਮੇਲ ਅੰਡ ਨਾਲੀ ਵਿੱਚ ਹੁੰਦਾ ਹੈ ਅਤੇ ਆਂਡਾ ਭਰੂਣ ਵਿੱਚ ਬਦਲ ਜਾਂਦਾ ਹੈ ਅਤੇ ਲਵੇਰੀ ਗੱਭਣ ਹੋ ਜਾਂਦੀ ਹੈ। ਅੰਡ ਨਾਲੀ ਵਿੱਚ ਬਣਿਆ ਭਰੂਣ 5-6 ਦਿਨਾਂ ਬਾਅਦ ਬੱਚੇਦਾਨੀ ਵਿੱਚ ਆ ਜਾਂਦਾ ਹੈ। ਜੇਕਰ ਆਂਡੇ ਦਾ ਮਿਲਾਪ ਸ਼ੁਕਰਾਣੂਆਂ ਨਾਲ ਨਾ ਹੋ ਸਕੇ ਤਾਂ ਆਂਡਾ ਬੱਚੇਦਾਨੀ ਵਿੱਚ ਆ ਕੇ ਜਜ਼ਬ ਹੋ ਜਾਂਦਾ ਹੈ। ਬੱਚੇਦਾਨੀ ਦਾ ਮੂਲ ਹਿੱਸਾ ਕਾਫੀ ਛੋਟਾ ਹੁੰਦਾ ਹੈ। ਬੱਚੇਦਾਨੀ ਅਗਲੇ ਪਾਸਿਓਂ ਪਸ਼ੂ ਦੇ ਸਿੰਗਾਂ ਵਾਂਗ 2 ਹਿੱਸਿਆਂ ਵਿੱਚ ਮੁੜੀ ਹੋਈ ਹੁੰਦੀ ਹੈ। ਇਹਨਾਂ ਨੂੰ ਬੱਚੇਦਾਨੀ ਦੇ ਸਿੰਗ ਕਿਹਾ ਜਾਂਦਾ ਹੈ ਅਤੇ ਇਹਨਾਂ ਵਿੱਚ ਭਰੂਣ ਦਾ ਵਿਕਾਸ ਹੁੰਦਾ ਹੈ। ਬੱਚੇਦਾਨੀ ਦੇ ਮੂੰਹ ਜਾਂ ਸਰਵਿਕਸ ਤੋਂ ਹੇਹੇ ਵਿੱਚ ਆਉਣ ਸਮੇਂ ਪਾਣੀ ਵਰਗਾ ਤਰਲ ਪਦਾਰਥ ਬਣਦਾ ਹੈ, ਜਿਹੜਾ ਕਿ ਤਾਰਾਂ ਦੇ ਰੂਪ ਵਿੱਚ ਸੂ ਵਿੱਚੋਂ ਬਾਹਰ ਡਿੱਗਦਾ ਹੈ। ਆਮ ਤੌਰ ਤੇ ਸਰਵਿਕਸ ਸਿਰਫ ਹੇਹੇ ਸਮੇਂ ਅਤੇ ਪਸ਼ੂ ਦੇ ਸੂਣ ਮੌਕੇ ਹੀ ਖੁੱਲ੍ਹਦੀ ਹੈ। ਵੈਸੇ ਸਰਵਿਕਸ ਬੰਦ ਰਹਿੰਦੀ ਹੈ ਤਾਂ ਜੋ ਬਾਹਰ ਤੋਂ ਕੋਈ ਲਾਗ ਜਾਂ ਜਰਾਸੀਮ ਬੱਚੇਦਾਨੀ ਅੰਦਰ ਨਾ ਜਾ ਸਕੇ। ਲਵੇਰੀ ਦੀ ਯੋਨੀ ਤਕਰੀਬਨ 1 ਫੁੱਟ ਤੱਕ ਲੰਮੀ ਹੁੰਦੀ ਹੈ। ਯੋਨੀ ਵਿੱਚ ਵੀ ਤਰਲ ਪਦਾਰਥ ਬਣਦਾ ਹੈ, ਜੋ ਕਿ ਹੇਹੇ ਵੇਲੇ ਤਾਰਾਂ ਬਣ ਕੇ ਸੂ ਵਿੱਚੋਂ ਬਾਹਰ ਨਿਕਲਦਾ ਹੈ। ਆਸ ਕਰਾਉਣ ਵੇਲੇ ਸਾਨ ਆਪਣਾ ਵੀਰਜ ਯੋਨੀ ਵਿੱਚ ਹੀ ਛੱਡਦਾ ਹੈ। ਸੂ ਲਵੇਰੀ ਦੇ ਪ੍ਰਜਨਨ ਅੰਗਾਂ ਦਾ ਬਾਹਰੀ ਦੁਆਰ ਹੈ। ਆਮ ਹਾਲਤਾਂ ਵਿੱਚ ਸੂ ਦੀ ਬਾਹਰਲੀ ਚਮੜੀ ਵਿੱਚ ਵੱਟ ਪਏ ਹੁੰਦੇ ਹਨ, ਪਰੰਤੂ ਹੇਹੇ ਵਿੱਚ ਆਉਣ ਸਮੇਂ ਇਹ ਵੱਟ ਖਤਮ ਹੋ ਜਾਂਦੇ ਹਨ ਅਤੇ ਇਸ ਵਿੱਚ ਥੋੜ੍ਹੀ ਜਿਹੀ ਸੋਜਿਸ਼ ਵੀ ਆ ਜਾਂਦੀ ਹੈ। ਫਿਰ ਜਾਣ ਦੇ ਕਈ ਕਾਰਨ ਹੁੰਦੇ ਹਨ।
ਉਹਨਾਂ ਦੀ ਅਸੀਂ ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਗੱਲ ਕਰਦੇ ਹਾਂ। ਜਿਵੇਂ ਗਾਂ ਨਾਲ ਸੰਬੰਧਿਤ, ਸਾਣ ਨਾਲ ਸੰਬੰਧਿਤ, ਆਸ ਕਰਾਉਣ ਸੰਬੰਧੀ ਅਤੇ ਪ੍ਰਬੰਧਕੀ ਕਾਰਨ। ਹੁਣ ਵਿਸਥਾਰ ਨਾਲ ਇਹਨਾਂ ਸੰਬੰਧੀ ਚਰਚਾ ਕਰਦੇ ਹਾਂ। ਗਾਂ ਨਾਲ ਸੰਬੰਧਿਤ ਇਹ ਕਾਰਨ ਕਾਫੀ ਵੇਖੇ ਜਾਂਦੇ ਹਨ, ਜਿਵੇਂ ਜਨਨ ਅੰਗਾਂ ਵਿੱਚ ਨੁਕਸ, ਬੱਚੇਦਾਨੀ ਦੇ ਮੂੰਹ ਦਾ ਮੁੜਿਆ ਹੋਣਾ। ਬੱਚੇਦਾਨੀ ਦੇ ਮੂੰਹ ਜਾਂ ਸਰਵਿਕਸ ਦੀਆਂ ਮਾਸਪੇਸ਼ੀਆਂ ਕਾਫੀ ਮਜ਼ਬੂਤ ਹੁੰਦੀਆਂ ਹਨ। ਸਰਵਿਕਸ ਦੇ ਅੰਦਰਲੇ ਪਾਸੇ ਵੱਟ ਹੁੰਦੇ ਹਨ, ਜੋ ਕਿ ਆਮ ਤੌਰ ਤੇ 4 ਕਤਾਰਾਂ ਵਿੱਚ ਹੁੰਦੇ ਹਨ। ਇਹਨਾਂ ਨੂੰ ਸਰਵਾਈਕਲ ਰਿੰਗ ਕਹਿੰਦੇ ਹਨ। ਮਸਨੂਈ ਗਰਭਦਾਨ ਵੇਲੇ ਪਿਘਲਾਏ ਹੋਏ ਵੀਰਜ ਨੂੰ ਬੱਚੇਦਾਨੀ ਦੇ ਮੂਲ ਹਿੱਸੇ ਵਿੱਚ ਛੱਡਿਆ ਜਾਂਦਾ ਹੈ। ਜਦ ਵੀ ਕੋਈ ਨੀਮ ਹਕੀਮ ਜਾਂ ਅਣਜਾਣ ਬੰਦਾ ਮਸਨੂਈ ਗਰਭਦਾਨ ਕਰਨ ਸਮੇਂ ਮਸਨੂਈ ਗਰਭਦਾਨ ਵਾਲੀ ਨਾਲੀ ਨੂੰ ਸਰਵਿਕਸ ਵਿੱਚੋਂ ਲੰਘਾਉਣ ਵਾਸਤੇ ਜ਼ੋਰ ਲਗਾਉਂਦਾ ਹੈ ਤਾਂ ਸਰਵਿਕਸ 'ਤੇ ਜ਼ਖਮ ਹੋ ਜਾਂਦੇ ਹਨ। ਵਾਰ-ਵਾਰ ਜ਼ਖਮ ਹੋਣ ਨਾਲ ਸੋਜ ਹੋਣ ਕਰਕੇ ਸਰਵਿਕਸ ਮੁੜ ਜਾਂਦੀ ਹੈ। ਨਤੀਜੇ ਵਜੋਂ ਅਗਾਂਹ ਤੋਂ ਮਸਨੂਈ ਗਰਭਦਾਨ ਵਾਲੀ ਨਾਲੀ ਦੇ ਨਾਲ ਬੱਚੇਦਾਨੀ ਵਿੱਚ ਵੀਰਜ ਛੱਡਿਆ ਜਾਣਾ ਮੁਸ਼ਕਲ ਹੋ ਜਾਂਦਾ ਹੈ। ਆਂਡੇਦਾਨੀ ਦਾ ਝਿੱਲੀ ਨਾਲ ਜੁੜ ਜਾਣਾ। ਅਗਰ ਬੱਚੇਦਾਨੀ ਵਿੱਚ ਕੋਈ ਚਰਮਾਉਣ ਵਾਲੀ ਦਵਾਈ ਜ਼ਿਆਦਾ ਮਿਕਦਾਰ ਅਤੇ ਤੇਜ਼ ਰਫ਼ਤਾਰ ਨਾਲ ਭਰੀ ਜਾਵੇ ਤਾਂ ਆਂਡੇਦਾਨੀ ਝਿੱਲੀ ਨਾਲ ਜੁੜ ਸਕਦੀ ਹੈ। ਅਗਰ ਕੋਈ ਨੀਮ ਹਕੀਮ ਆਂਡੇਦਾਨੀ ਦਾ ਮੁਆਇਨਾ ਕਰੇ ਅਤੇ ਆਂਡੇਦਾਨੀ ਉੱਪਰ ਜ਼ਿਆਦਾ ਜ਼ੋਰ ਅਜ਼ਮਾਇਸ਼ ਕਰੇ ਤਾਂ ਵੀ ਆਂਡੇਦਾਨੀ ਝਿੱਲੀ ਨਾਲ ਜੁੜ ਸਕਦੀ ਹੈ। ਬੱਚੇਦਾਨੀ ਦੀ ਰਸੌਲੀ, ਜਮਾਂਦਰੂ ਨੁਕਸ ਆਂਡੇਦਾਨੀ, ਬੱਚੇਦਾਨੀ ਜਾਂ ਯੋਨੀ ਦੇ ਕਿਸੇ ਹਿੱਸੇ ਦਾ ਨਾ ਹੋਣਾ। ਘੱਟ ਸਰੀਰਕ ਭਾਰ ਵੀ ਇਸ ਦਾ ਇੱਕ ਕਾਰਨ ਬਣਦਾ ਹੈ, ਜਿਸ ਕਾਰਨ ਪਸ਼ੂ ਗੱਭਣ ਨਹੀਂ ਹੁੰਦਾ। ਪਸ਼ੂ ਦਾ ਗੱਭਣ ਹੋਣਾ ਉਮਰ ਨਾਲੋਂ ਸਰੀਰਕ ਭਾਰ 'ਤੇ ਜ਼ਿਆਦਾ ਨਿਰਭਰ ਕਰਦਾ ਹੈ। ਇਸ ਦੇ ਬਾਰੇ ਅਸੀਂ ਨਸਲ ਦੇ ਮੁਤਾਬਕ ਗੱਲ ਕਰਾਂਗੇ। ਨਸਲ ਦੇਸੀ ਜਾਂ ਜਰਸੀ ਨਸਲ ਦੀ ਵੈੜ, ਇਸ ਦਾ ਘੱਟੋ ਘੱਟ ਸਰੀਰਕ ਭਾਰ 225 ਤੋਂ 250 ਕਿਲੋ ਹੋਣਾ ਚਾਹੀਦਾ ਹੈ। HF ਜਾਂ ਦੋਗਲੀ ਵੈੜ, ਇਸ ਦਾ ਭਾਰ 250 ਤੋਂ 275 ਕਿਲੋ ਹੋਣਾ ਚਾਹੀਦਾ ਹੈ। ਝੋਟੀ, ਇਸ ਦਾ ਭਾਰ 300 ਕਿਲੋ ਹੋਣਾ ਚਾਹੀਦਾ ਹੈ। ਲਵੇਰੀਆਂ ਦਾ ਨੇੜਲੀ ਰਿਸ਼ਤੇਦਾਰੀ ਵਿੱਚ ਮਿਲਾਪ, ਇਸ ਤਰ੍ਹਾਂ ਦੇ ਮਿਲਾਪ ਕਾਰਨ ਪੈਦਾ ਹੋਈ ਸੰਤਾਨ ਵੱਧ ਬਿਮਾਰੀਆਂ ਦੀ ਸ਼ਿਕਾਰ ਹੁੰਦੀ ਹੈ ਅਤੇ ਉਸ ਦੀ ਜਨਨ ਸ਼ਕਤੀ ਅਤੇ ਵਿਕਾਸ ਦਰ ਵੀ ਘੱਟ ਹੁੰਦੀ ਹੈ। ਬੱਚੇਦਾਨੀ ਦੀ ਅੰਦਰੂਨੀ ਸੋਜ, ਜੇ ਮਸਨੂਈ ਗਰਭਦਾਨ ਲਈ ਵਰਤੇ ਜਾਣ ਵਾਲੇ ਸੰਦ, ਗੰਨ ਜਾਂ ਸ਼ੀਥ ਗੰਦੇ ਅਤੇ ਜਰਾਸੀਮ ਵਾਲੇ ਹੋਣ, ਮਸਨੂਈ ਗਰਭਦਾਨ ਵੇਲੇ ਸਾਫ਼ ਸਫਾਈ ਨਾ ਹੋਵੇ, ਪਿਛਲੇ ਸੂਏ ਵਿੱਚ ਔਖੀ ਸਵਾਈ ਹੋਵੇ ਜਾਂ ਜੇਰ ਰੁਕੀ ਹੋਵੇ ਤਾਂ ਬੱਚੇਦਾਨੀ ਦੀ ਅੰਦਰੂਨੀ ਸੋਜ ਹੋ ਸਕਦੀ ਹੈ ਅਤੇ ਇਸ ਤਰ੍ਹਾਂ ਦੇ ਲਵੇਰੇ ਵਿੱਚ ਗੱਭਣ ਰਹਿਣ ਦੀ ਸਮਰੱਥਾ ਘੱਟ ਹੁੰਦੀ ਹੈ। ਕੁਝ ਫੀਸਦੀ ਗਾਵਾਂ ਵਿੱਚ ਪ੍ਰੋਜੈਸਟਰੋਨ ਨਾਮਕ ਹਾਰਮੋਨ ਦੀ ਮਾਤਰਾ ਹੇਹੇ ਵਾਲੇ ਦਿਨਾਂ ਵਿੱਚ ਵੱਧ ਹੁੰਦੀ ਹੈ ਜਾਂ ਹੇਹੇ ਤੋਂ ਬਾਅਦ ਵਾਲੇ ਦਿਨਾਂ ਵਿੱਚ ਮਾਤਰਾ ਘੱਟ ਹੁੰਦੀ ਹੈ। ਦੋਵਾਂ ਹਾਲਤਾਂ ਵਿੱਚ ਲਵੇਰੀ ਫਿਰ ਸਕਦੀ ਹੈ। ਆਂਡੇ ਦਾ ਦੇਰੀ ਨਾਲ ਫੁੱਟਣਾ ਜਾਂ ਨਾ ਫੁੱਟਣਾ, ਦੋਵੇਂ ਹਾਲਤਾਂ ਵਿੱਚ ਸ਼ੁਕਰਾਣੂ ਬੁੱਢੇ ਹੋ ਕੇ ਮਰ ਜਾਂਦੇ ਹਨ। ਆਂਡੇ ਤੇ ਸ਼ੁਕਰਾਣੂ ਦਾ ਮੇਲ ਨਹੀਂ ਹੁੰਦਾ ਅਤੇ ਭਰੂਣ ਨਹੀਂ ਬਣਦਾ। ਆਂਡੇਦਾਨੀ ਉੱਤੇ ਛਾਲਾ ਹੋਣਾ, ਇਸ ਹਾਲਤ ਵਿੱਚ ਆਂਡੇਦਾਨੀ ਦਾ ਆਕਾਰ ਵੱਧ ਜਾਂਦਾ ਹੈ। ਲਵੇਰੀ ਛੇਤੀ ਹੇਹੇ ਵਿੱਚ ਆਉਂਦੀ ਹੈ ਅਤੇ ਹੇਹੇ ਦਾ ਸਮਾਂ ਵੀ ਵੱਧ ਜਾਂਦਾ ਹੈ, ਪਰ ਆਂਡਾ ਆਂਡੇਦਾਨੀ ਤੋਂ ਨਹੀਂ ਫੁੱਟਦਾ। ਨਤੀਜੇ ਵਜੋਂ ਲਵੇਰੀ ਫਿਰ ਜਾਂਦੀ ਹੈ। ਤਾਰਾਂ ਦਾ ਸਾਫ਼ ਨਾ ਹੋਣਾ, ਤਾਰਾਂ ਹੇਹੇ ਦੀ ਨਿਸ਼ਾਨੀ ਹੋਣ ਦੇ ਨਾਲ ਬੱਚੇਦਾਨੀ ਦੀ ਸਿਹਤ ਦੀ ਸੂਚਨਾ ਦਿੰਦੀਆਂ ਹਨ। ਜੇਕਰ ਕਿਸੇ ਲਵੇਰੀ ਦੀਆਂ ਤਾਰਾਂ ਸਾਫ਼ ਨਾ ਹੋਣ ਜਾਂ ਘਸਮੈਲੀਆਂ ਹੋਣ, ਤਾਰਾਂ ਵਿੱਚ ਚਿੱਟਾਪਣ ਜਾਂ ਛਿੱਦੀਆਂ ਹੋਣ ਤਾਂ ਉਸ ਨੂੰ ਨਵੇਂ ਦੁੱਧ ਨਾ ਕਰਵਾਓ, ਸਗੋਂ ਇੱਕ ਯੋਗ ਡਾਕਟਰ ਤੋਂ ਉਸ ਦਾ ਮੁਆਇਨਾ ਕਰਵਾਓ। ਇੱਕ ਸਰਵੇਖਣ ਮੁਤਾਬਕ ਕੇਵਲ 38% ਰਿਪੀਟ ਬਰੀਡਰ ਗਾਵਾਂ ਵਿੱਚ ਤਾਰਾਂ ਸਾਫ਼ ਹੁੰਦੀਆਂ ਹਨ। ਦੁੱਧ ਦੀ ਵੱਧ ਪੈਦਾਵਾਰ, ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਵਿੱਚ ਤਣਾਅ ਜ਼ਿਆਦਾ ਹੁੰਦਾ ਹੈ ਅਤੇ ਉਹਨਾਂ ਵਿੱਚ ਗਰਭ ਠਹਿਰਨ ਦੀ ਦਰ ਘੱਟ ਦਰਜ ਕੀਤੀ ਗਈ ਹੈ। ਮੌਸਮ ਕਾਰਨ ਤਣਾਅ, ਅੱਤ ਦੀ ਗਰਮੀ ਜਾਂ ਸਰਦੀ ਅਤੇ ਹੁਮਸ ਵਾਲਾ ਮੌਸਮ ਲਵੇਰੀ ਉੱਤੇ ਤਣਾਅ ਪਾਉਂਦਾ ਹੈ, ਜਿਸ ਨਾਲ ਲਵੇਰੀ ਫਿਰ ਸਕਦੀ ਹੈ। ਪਸ਼ੂ ਤੇ ਬੋਝ, ਸ਼ੈਡਾਂ ਵਿੱਚ ਪਸ਼ੂਆਂ ਦੀ ਲੋੜ ਤੋਂ ਵੱਧ ਭੀੜ ਹੋਣਾ, ਪਸ਼ੂਆਂ ਦੇ ਖੁਰ ਬਹੁਤੇ ਵਧੇ ਹੋਣਾ, ਲੰਗੜਾਪਨ ਆਦਿ ਕਈ ਕਾਰਨ ਹਨ ਜਿਸ ਨਾਲ ਪਸ਼ੂਆਂ ਤੇ ਵੱਧ ਬੋਝ ਪੈਂਦਾ ਹੈ ਤੇ ਪਸ਼ੂ ਹੇਹਾ ਸਹੀ ਸਮੇਂ ਤੇ ਨਹੀਂ ਵਿਖਾਉਂਦੇ। ਇਹ ਵੀ ਫਿਰ ਜਾਣਨ ਦੇ ਕਾਰਨ ਬਣਦੇ ਹਨ। ਸਾਣ ਜਾਂ ਵੀਰਜ ਨਾਲ ਸੰਬੰਧਿਤ ਕਾਰਨ,
ਸਾਹ ਦਾ ਵੀਰਜ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਹੋਣਾ। ਜੇਕਰ ਸਾਹ ਵੀਰਜ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਵਿਬਰੀਓਸਿਸ, ਟ੍ਰਾਈਕੋਮੋਨੀਓਸਿਸ, ਵਿਸ਼ਾਣੂ ਰੋਗ ਜਾਂ ਉੱਲੀ ਰੋਗ ਤੋਂ ਪੀੜਤ ਹੋਵੇ ਤਾਂ ਵੀ ਲਵੇਰੀ ਫਿਰ ਸਕਦੀ ਹੈ। ਸਾਹ ਦੀ ਗੱਭਣ ਕਰਨ ਦੀ ਸਮਰੱਥਾ ਵਿੱਚ ਕਮੀ। ਜੇਕਰ ਸਾਹ ਦੇ ਵੀਰਜ ਵਿੱਚ ਜ਼ਿੰਦਾ ਸ਼ੁਕਰਾਣੂ ਘੱਟ ਹੋਣ ਅਤੇ ਸ਼ੁਕਰਾਣੂਆਂ ਦੀ ਹਲਚਲ ਘੱਟ ਹੋਵੇ, ਬਿਮਾਰ ਜਾਂ ਮੁੜੇ ਤੋੜੇ ਸ਼ੁਕਰਾਣੂ ਹੋਣ ਤਾਂ ਵੀ ਲਵੇਰੀ ਵਿੱਚ ਫਿਰ ਜਾਣ ਦੀ ਸਮੱਸਿਆ ਹੋ ਸਕਦੀ ਹੈ। ਇੱਕੋ ਸਾਹ ਦਾ ਵੀਰਜ ਵਾਰ-ਵਾਰ ਇੱਕੋ ਹੀ ਗਾਂ ਵਿੱਚ ਵਰਤਣਾ ਵੀ ਮਾੜਾ ਹੁੰਦਾ ਹੈ। ਸਾਹ ਦੀ ਜ਼ਰੂਰਤ ਨਾਲ ਵੱਧ ਵਰਤੋਂ। ਸਾਹ ਦਾ ਆਸ ਕਰਾਉਣ ਲਈ ਹਫ਼ਤੇ ਵਿੱਚ 2 ਤੋਂ 3 ਵਾਰ ਤੋਂ ਵੱਧ ਇਸਤੇਮਾਲ ਕਰਨ ਨਾਲ ਵੀ ਇਹ ਸਮੱਸਿਆ ਆਉਂਦੀ ਹੈ। ਵੀਰਜ ਦੀ ਸੰਭਾਲ ਵਿੱਚ ਕਮੀ। ਵੀਰਜ ਦੇ ਟੀਕਿਆਂ ਜਾਂ ਸਟ੍ਰॉ ਵਾਲੇ ਸਿਲੰਡਰ ਵਿੱਚ ਸਮੇਂ ਸਿਰ ਤਰਲ ਨਾਈਟ੍ਰੋਜਨ ਗੈਸ ਨਾ ਭਰਵਾਉਣ ਨਾਲ ਟੀਕਿਆਂ ਵਿਚਲੇ ਸ਼ੁਕਰਾਣੂ ਮਰ ਜਾਂਦੇ ਹਨ ਅਤੇ ਫਿਰ ਜਾਣ ਦੀ ਸਮੱਸਿਆ ਦਾ ਕਾਰਨ ਬਣਦੇ ਹਨ। ਸਟ੍ਰॉ ਨੂੰ ਸਿਲੰਡਰ ਵਿੱਚੋਂ ਬਾਹਰ ਕੱਢ ਕੇ ਗਿਣਨ ਨਾਲ ਵੀ ਸ਼ੁਕਰਾਣੂਆਂ ਦੀ ਸਿਹਤ 'ਤੇ ਅਸਰ ਹੁੰਦਾ ਹੈ ਅਤੇ ਇਹ ਵੀ ਫਿਰ ਜਾਣ ਦਾ ਕਾਰਨ ਬਣਦੇ ਹਨ। ਹੋਰ ਕਾਰਨ ਜਿਵੇਂ ਕਿ ਬਿਮਾਰ ਸਾਹ, ਮਾੜੀ ਨਸਲ, ਮਾੜੀ ਖੁਰਾਕ, ਮਾੜਾ ਪ੍ਰਬੰਧ ਵੀ ਇਸ ਸਮੱਸਿਆ ਦਾ ਕਾਰਨ ਬਣਦੇ ਹਨ। ਆਸ ਕਰਵਾਉਣ ਸੰਬੰਧੀ ਮਾੜਾ ਵੀਰਜ, ਮਸਨੂਈ ਗਰਭਦਾਨ ਦੀ ਤਕਨੀਕ ਦਾ ਗਲਤ ਹੋਣਾ, ਤਰਲ ਨਾਈਟ੍ਰੋਜਨ ਗੈਸ ਦੇ ਸਿਲੰਡਰ ਨੂੰ ਖੋਲ੍ਹ ਕੇ ਟੀਕਿਆਂ ਨੂੰ ਕੁੱਪੀਆਂ ਜਾਂ ਕੈਨਿਸਟਰ ਤੋਂ ਬਾਹਰ ਕੱਢ ਕੇ ਪਹਿਚਾਨਣਾ, ਵੀਰਜ ਨੂੰ ਪਿਘਲਾਉਣ ਵਾਸਤੇ ਸਮਾਂ ਅਤੇ ਤਾਪਮਾਨ ਦਾ ਠੀਕ ਨਾ ਹੋਣਾ, ਮਸਨੂਈ ਗਰਭਦਾਨ ਦੀ ਤਕਨੀਕ ਵਿੱਚ ਮੁਹਾਰਤ ਨਾ ਹੋਣੀ, ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀ ਸਮੇਂ ਦੀ ਘੱਟ ਜਾਣਕਾਰੀ। ਲਵੇਰੀ ਵਿੱਚ ਹੇਹੇ ਦੇ ਲੱਛਣ ਹੁੰਦੇ ਹਨ: ਅੜੰਬਣਾ ਜਾਂ ਬੋਲਣਾ, ਜ਼ਿਆਦਾ ਉਤੇਜਿਤ ਹੋਣਾ, ਖੁੱਲ੍ਹੇ ਛੱਡੇ ਪਸ਼ੂਆਂ ਦਾ ਜ਼ਿਆਦਾ ਤੋਰਾ ਫੇਰਾ, ਵਾਰ-ਵਾਰ ਪਿਸ਼ਾਬ ਕਰਨਾ, ਸੂਹ ਦਾ ਸੁੱਜ ਜਾਣਾ, ਸੂਹ ਦੀ ਅੰਦਰਲੀ ਝਿੱਲੀ ਦਾ ਲਾਲ ਹੋਣਾ, ਸੂਹ ਵਿੱਚੋਂ ਸਾਫ਼ ਤਾਰਾਂ ਦਾ ਵਗਣਾ, ਪੱਠੇ ਘੱਟ ਖਾਣਾ, ਦੁੱਧ ਘੱਟ ਜਾਣਾ, ਹੇਹੇ ਵਿੱਚ ਆਏ ਪਸ਼ੂ ਦਾ ਸਾਥੀ ਪਸ਼ੂਆਂ ਉੱਤੇ ਚੜ੍ਹਨਾ ਜਾਂ ਚੜ੍ਹਨ ਦੇਣਾ। ਹੇਹੇ ਵਾਲਾ ਪਸ਼ੂ ਆਰਾਮ ਨਾਲ ਪੂਛ ਚੁੱਕ ਕੇ ਖੜਾ ਰਹਿੰਦਾ ਹੈ। ਇਹ ਹੇਹੇ ਦੀ ਸਭ ਤੋਂ ਮਹੱਤਵਪੂਰਨ ਅਤੇ ਪੱਕੀ ਨਿਸ਼ਾਨੀ ਹੈ। ਇਸ ਦਾ ਔਸਤਨ ਸਮਾਂ 15 ਤੋਂ 18 ਘੰਟੇ ਹੁੰਦਾ ਹੈ ਅਤੇ ਇਸ ਸਮੇਂ ਦੌਰਾਨ ਪਸ਼ੂ ਆਪਣੇ ਉੱਤੇ ਸਾਥੀ ਪਸ਼ੂਆਂ ਨੂੰ 20 ਤੋਂ 50 ਵਾਰ ਚੜ੍ਹਾਉਂਦਾ ਹੈ ਅਤੇ ਹਰ ਵਾਰ 3 ਤੋਂ 7 ਸਕਿੰਟ ਤੱਕ ਚੜ੍ਹਾਈ ਰੱਖਦਾ ਹੈ। ਕੁਝ ਪਸ਼ੂ ਪਾਲਕ ਆਲਸ ਜਾਂ ਲਾਪਰਵਾਹੀ ਕਾਰਨ ਹੇਹੇ ਨੂੰ ਅਣਦੇਖਿਆ ਕਰ ਦਿੰਦੇ ਹਨ। ਹਮੇਸ਼ਾ ਯਾਦ ਰੱਖੋ ਕਿ ਪਸ਼ੂ ਨੇ ਗੱਭਣ ਤਾਂ ਹੀ ਹੋਣਾ ਹੈ ਜੇਕਰ ਆਂਡੇ ਤੇ ਸ਼ੁਕਰਾਣੂ ਦਾ ਮੇਲ ਸਹੀ ਸਮੇਂ ਤੇ ਹੋਵੇ। ਜੇਕਰ ਮਸਨੂਈ ਗਰਭਦਾਨ ਹੇਹਾ ਆਉਣ ਤੋਂ ਪਹਿਲਾਂ ਕਰ ਦਿੱਤਾ ਜਾਵੇ ਤਾਂ ਸ਼ੁਕਰਾਣੂ ਬੁੱਢੇ ਹੋ ਕੇ ਮਰ ਜਾਂਦੇ ਹਨ। ਜੇ ਹੇਹਾ ਖਤਮ ਹੋਣ ਤੋਂ ਬਾਅਦ ਮਸਨੂਈ ਗਰਭਦਾਨ ਕੀਤਾ ਜਾਵੇ ਤਾਂ ਵੀ ਫਿਰ ਜਾਣ ਦੀ ਸਮੱਸਿਆ ਆਉਂਦੀ ਹੈ, ਕਿਉਂਕਿ ਸ਼ੁਕਰਾਣੂਆਂ ਦੇ ਪਹੁੰਚਣ ਤੋਂ ਪਹਿਲਾਂ ਆਂਡਾ ਮਰ ਚੁੱਕਿਆ ਹੁੰਦਾ ਹੈ। ਨਸਲ ਦੇ ਮੁਤਾਬਕ ਆਸ ਕਰਾਉਣ ਦਾ ਸਹੀ ਸਮਾਂ ਲੱਭਣਾ ਬਹੁਤ ਜ਼ਰੂਰੀ ਹੈ। ਦੇਸੀ ਗਾਂ, ਝੋਟੀ ਜਾਂ ਮੱਝ, ਇਹਨਾਂ ਲਈ ਸਵੇਰ ਤੇ ਸ਼ਾਮ ਦਾ ਨਿਯਮ ਯਾਦ ਰੱਖੋ। ਜੇ ਪਸ਼ੂ ਸਵੇਰ ਵੇਲੇ ਹੇਹੇ ਦੇ ਲੱਛਣ ਦਰਸਾਏ ਤਾਂ ਉਸ ਨੂੰ ਸ਼ਾਮ ਵੇਲੇ ਆਸ ਕਰਵਾਓ। ਜੇ ਸ਼ਾਮ ਵੇਲੇ ਹੇਹੇ ਦੇ ਲੱਛਣ ਦਰਸਾਏ ਤਾਂ ਉਸ ਨੂੰ ਅਗਲੀ ਸਵੇਰ ਨੂੰ ਆਸ ਕਰਵਾਓ। ਦੋਗਲੀ ਜਾਂ ਵਲੈਤੀ ਗਾਂ, ਅੱਧੇ ਹੇਹੇ ਤੋਂ ਅਖੀਰ ਤੱਕ ਦੇ ਸਮੇਂ ਵਿੱਚ ਜਾਂ ਹੇਹਾ ਖਤਮ ਹੋਣ ਤੋਂ 6 ਤੋਂ 8 ਘੰਟੇ ਪਹਿਲਾਂ ਆਸ ਜ਼ਰੂਰ ਕਰਵਾਓ। ਕੁਝ ਹੋਰ ਕਾਰਨ ਹਨ, ਜਿਵੇਂ ਹੇਹਾ ਲੰਘਣ ਤੋਂ ਬਾਅਦ ਜਾਣਬੁੱਝ ਕੇ ਪਸ਼ੂ ਨੂੰ ਆਸ ਕਰਵਾਉਣਾ, ਮਸਨੂਈ ਟੀਕੇ ਦਾ ਰਿਕਾਰਡ ਨਾ ਰੱਖਣਾ, ਪਸ਼ੂ ਨੂੰ ਮਾਰਨਾ, ਡਰਾਉਣਾ ਜਾਂ ਲੰਬੀ ਦੂਰੀ ਤੱਕ ਤੋਰ ਕੇ ਲੈ ਜਾਣਾ। ਹੁਣ ਅਸੀਂ ਪ੍ਰਬੰਧਕੀ ਕਾਰਨਾਂ ਦੀ ਗੱਲ ਕਰਾਂਗੇ। ਸੰਤੁਲਿਤ ਖੁਰਾਕ ਦੀ ਘਾਟ। ਸੰਤੁਲਿਤ ਖੁਰਾਕ ਸਰੀਰਕ ਵਜਨ ਦੇ ਨਾਲ ਜਨਨ ਅੰਗਾਂ ਦੇ ਵਿਕਾਸ ਅਤੇ ਪ੍ਰਜਨਨ ਲਈ ਬਹੁਤ ਜ਼ਰੂਰੀ ਹੈ। ਜੇ ਖੁਰਾਕ ਵਿੱਚ ਲੋੜੋਂ ਵੱਧ ਅਨਾਜ ਹੋਵੇ ਤਾਂ ਪਸ਼ੂ ਮੋਟੇ ਹੋ ਜਾਂਦੇ ਹਨ। ਜੇ ਖੁਰਾਕ ਵਿੱਚ ਲੋੜੋਂ ਵੱਧ ਖੜਾ ਹੋਣ ਤਾਂ ਭਰੂਣ ਨਹੀਂ ਬਣਦਾ ਜਾਂ ਭਰੂਣ ਦੀ ਮੌਤ ਹੋ ਸਕਦੀ ਹੈ। ਧਾਤਾਂ ਦੇ ਚੂਰੇ ਦਾ ਖੁਰਾਕ ਵਿੱਚ ਨਾ ਹੋਣਾ। ਧਾਤਾਂ ਜਿਵੇਂ ਤਾਂਬਾ, ਕੋਬਾਲਟ, ਲੋਹਾ, ਆਇਓਡੀਨ, ਮੈਗਨੀਜ਼, ਜ਼ਿੰਕ ਜਨਨ ਅੰਗਾਂ ਦੇ ਵਿਕਸਿਤ ਹੋਣ ਅਤੇ ਸੁਚਾਰੂ ਰੂਪ ਵਿੱਚ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ। ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਨ ਵਿਗੜਨਾ। ਹਰੇ ਚਾਰੇ ਜਿਵੇਂ ਕਿ ਬਰਸੀਮ, ਲੂਸਣ ਵਿੱਚ ਵੱਧ
ਇਸਟ੍ਰੋਜੈਨਿਕ ਪਦਾਰਥ ਹੁੰਦੇ ਹਨ। ਉੱਲੀ ਲਗੇ ਪੱਠੇ ਜਾਂ ਵੰਡ ਵਿੱਚ ਵੀ ਵੱਧ ਇਸਟ੍ਰੋਜੈਨਿਕ ਪਦਾਰਥ ਹੁੰਦੇ ਹਨ। ਗਰਮ ਵਾਤਾਵਰਣ ਵੀ ਇਸ ਦਾ ਕਾਰਨ ਬਣਦਾ ਹੈ। ਦੋਗਲੀ ਜਾਂ ਵਲੈਤੀ ਗਾਵਾਂ ਗਰਮੀ ਵੱਧ ਮੰਨਦੀਆਂ ਹਨ। ਉਹਨਾਂ ਲਈ ਹੁਮਸ ਵਾਲਾ ਮੌਸਮ ਕਾਫੀ ਬੋਝ ਵਾਲਾ ਹੁੰਦਾ ਹੈ, ਸੋ ਉਹਨਾਂ ਨੂੰ ਆਸ ਕਰਾਉਣ ਤੋਂ ਪਹਿਲਾਂ ਨਹਾਓ ਅਤੇ ਰੁੱਖਾਂ ਦੀ ਛਾਂ ਹੇਠ ਬੰਨੋ। ਹਰੇਕ ਪਸ਼ੂ ਦਾ ਰਿਕਾਰਡ ਨਾ ਰੱਖਣਾ ਵੀ ਇਹਨਾਂ ਪ੍ਰਬੰਧਕੀ ਕਾਰਨਾਂ ਵਿੱਚ ਹੀ ਆਉਂਦਾ ਹੈ। ਮਾਹਰਾਂ ਵੱਲੋਂ ਦੱਸਿਆ